ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਲੈ ਲੈ ਮਜਨੂੰ ਆਸ਼ਕੀ ਚਹੁ ਚੱਕੀ ਜਾਤੀ। ਸੋਰਠ ਬੀਜਾ ਗਾਵੀਐ ਜਸ ਸੁਗੜਾ ਵਾਤੀ। ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ। ਮੇਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ। ਰਾਂਝਾ ਹੀਰ ਵਖਾਣੀਐ ਓਹ ਪਿਰਮ ਪਰਾਤੀ। ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਅੱਜ 27ਵੀਂ ਵਾਰ ਆਰੰਭ ਹੋਈ ਹੈ। ਇਸ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ ਗੁਰੂ ਕੇ ਸਿੱਖ ਦੀ ਗੁਰੂ ਦੇ ਨਾਲ ਡਾਢੀ ਪ੍ਰੀਤ ਹੈ। ਗੁਰੂ ਕਾ ਸਿੱਖ ਗੁਰੂ ਨਾਲ ਪ੍ਰੀਤ ਕਰਦਾ ਹੋਇਆ ਗੁਰੂ ਤੋਂ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਔਰ ਐਸੀ ਪ੍ਰੀਤ ਹੈ ਉਹ ਪਰਵਾਹ ਨਹੀਂ ਕਰਦਾ ਸੰਸਾਰਕ ਕਸ਼ਟਾਂ ਦੁੱਖਾਂ ਝਮੇਲਿਆਂ ਦਾ। ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸਿੱਖ ਦਾ ਗੁਰੂ ਦੇ ਨਾਲ ਸੱਚਾ ਪ੍ਰੇਮ ਹੈ ਤੇ ਕਲਗੀਧਰ ਮਹਾਰਾਜ ਜੀ ਅੰਮ੍ਰਿਤ ਬਚਨ ਲਿਖਦੇ ਹਨ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਦਾ ਮਾਰਗ ਹੈ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ। ਪਰ ਆਮ ਸੰਸਾਰੀ ਲੋਕ ਪ੍ਰੇਮ ਦੀ ਭਾਸ਼ਾ ਨੂੰ ਗਲਤ ਸਮਝ ਬੈਠੇ। ਸਰੀਰਾਂ ਦੇ ਮੋਹ ਵਿੱਚ ਫਸਿਆਂ ਨੂੰ ਵੀ ਲੋਕ ਪ੍ਰੇਮ ਕਹਿਣ ਲੱਗ ਪਏ ਤੇ ਵਿਸ਼ੇ ਅਧੀਨ ਹੋ ਕੇ ਸਰੀਰ ਦੇ ਨਾਲ ਕਿਸੇ ਨਾਲ ਜੁੜਨਾ ਲੋਕੀ ਉਸ ਨੂੰ ਵੀ ਪ੍ਰੇਮ ਕਹਿਣ ਲੱਗ ਪਏ, ਜਦੋਂ ਕਿ ਉਹ ਵਿਕਾਰ ਹਨ। ਪ੍ਰੇਮ ਬਹੁਤ ਪਵਿੱਤਰ ਹੈ, ਉੱਤਮ ਹੈ। ਔਰ ਪ੍ਰੇਮ ਜਿਹੜਾ ਹੈ ਇਹ ਪ੍ਰਭੂ ਦੇ ਵਿੱਚ ਅਭੇਦ ਕਰਵਾ ਦਿੰਦਾ ਹੈ।
ਸੋ ਇਸ 27ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਪੀਰ ਤੇ ਮੁਰੀਦ ਭਾਵ ਗੁਰਸਿੱਖ ਔਰ ਗੁਰੂ ਦੀ ਪ੍ਰੀਤ ਦਾ ਜ਼ਿਕਰ ਕਰ ਰਹੇ ਹਨ। ਸੋ ਪਹਿਲੀ ਪੌੜੀ ਦੇ ਵਿੱਚ ਕੁਝ ਸੰਸਾਰ ਦੀਆਂ ਉਦਾਹਰਣਾਂ ਦੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਮੰਗਲਾਚਰਨ ਦਰਜ ਕਰਦੇ ਹੈ। ਪਰਮਾਤਮਾ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਲੈ ਲੈ ਮਜਨੂੰ ਆਸ ਕੀ ਚਾਹੋ ਚੱਕੀ ਜਾਤੀ। ਇਸ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸੰਸਾਰ ਵਿੱਚ ਜੋ ਸਰੀਰਾਂ ਦੇ ਆਸ਼ਿਕ ਹੋਏ ਉਹਨਾਂ ਦਾ ਜ਼ਿਕਰ ਕਰਦਿਆਂ ਉਦਾਹਰਣ ਦਿੰਦਿਆਂ ਇਹ ਸਮਝਾਇਆ ਹੈ, ਗੁਰੂ ਤੇ ਗੁਰੂ ਦੇ ਸਿੱਖ ਦੀ ਜਿਹੜੀ ਪ੍ਰੀਤ ਹੈ ਉਹ ਸਭ ਤੋਂ ਉੱਤਮ ਹੈ, ਸਭ ਤੋਂ ਮਹਾਨ ਹੈ। ਜਿਵੇਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਅਧਿਆਤਮ ਦਾ ਉਪਦੇਸ਼ ਦਿੰਦਿਆਂ ਹੋਇਆਂ ਜਿਵੇਂ ਸੰਸਾਰ ਵਿੱਚ ਪਤੀ ਪਤਨੀ ਦਾ ਰਿਸ਼ਤਾ ਹੈ, ਉਹਨਾਂ ਦੀ ਮੁਹੱਬਤ ਹੈ, ਪਿਆਰ ਹੈ, ਉਹਦੀ ਗੱਲ ਕਰਦਿਆਂ ਫਿਰ ਮਹਾਰਾਜ ਜੀ ਨਾਮ ਰਸੀਏ ਤੇ ਪਰਮੇਸ਼ਰ ਦੇ ਪਿਆਰ ਦਾ ਜ਼ਿਕਰ ਕਰਦੇ ਹੈ ਕਿ ਨਾਮ ਜਪਣ ਵਾਲਾ ਜਿਹੜਾ ਉਹ ਜੀਵ ਇਸਤਰੀ ਹੈ, ਪਰਮਾਤਮਾ ਕੰਤ ਪਤੀ ਹੈ, ਔਰ ਇਹ ਜੀਵ ਇਸਤਰੀ ਇਹ ਮਹਾਤਮਾ ਕੰਤ ਪਤੀ ਦੇ ਨਾਲ ਪਿਆਰ ਕਰਦੀ ਉਹਦੇ ਵਿੱਚ ਅਭੇਦ ਹੋ ਜਾਂਦੀ ਹੈ। ਜਿਵੇਂ ਬਾਬਾ ਫਰੀਦ ਸਾਹਿਬ ਦਾ ਅਸੀਂ ਸਲੋਕ ਪੜ੍ਹਦੇ ਹਾਂ, ਅੱਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛ ਹਡੋਹਾ ਗਣੀ ਤੁਮ ਕਿਉਂ ਰਹਿਣ ਵਿਹਾਏ। ਗੱਲ ਤਾਂ ਸੰਸਾਰੀ ਪਤੀ ਪਤਨੀ ਨੂੰ ਸਾਹਮਣੇ ਰੱਖ ਕੇ ਉਪਦੇਸ਼ ਪਰਮਾਰਥ ਦਾ ਦਿੱਤਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਇਸ ਪਹਿਲੀ ਪੌੜੀ ਦੇ ਵਿੱਚ ਜਿਨ੍ਹਾਂ ਦੀਆਂ ਲੋਕ ਗੱਲਾਂ ਕਰਦੇ ਰਹੇ ਵੀ ਇਹ ਆਸ਼ਿਕ ਹੋਏ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਔਰ ਸਿੱਖ ਦਾ ਜੋ ਇਸ਼ਕ ਹੈ ਉਹ ਸਭ ਤੋਂ ਉੱਤਮ ਹੈ। ਇਹ ਤਾਂ ਸਰੀਰਾਂ ਦੇ ਨਾਲ ਇਸ਼ਕ ਕਰਨ ਵਾਲੇ ਹੋਏ ਹੈ ਨਾ, ਗੁਰੂ ਤੇ ਸਿੱਖ ਦਾ ਜਿਹੜਾ ਪ੍ਰੇਮ ਹੈ ਨਾ ਉਹ ਹਕੀਕੀ ਹੈ। ਇਹਨੂੰ ਦੋ ਹਿੱਸਿਆਂ ਦੇ ਵਿੱਚ ਵਿਦਵਾਨ ਵੰਡਦੇ ਹੈ, ਇਸ਼ਕ ਮਿਜ਼ਾਜੀ ਤੇ ਇਸ਼ਕ ਹਕੀਕੀ। ਜੋ ਸੰਸਾਰ ਦੇ ਵਿੱਚ ਲੋਕ ਕਰਦੇ ਹੈ ਇਸ਼ਕ ਮਿਜ਼ਾਜੀ ਹੈ ਔਰ ਇਹਦੇ ਵਿੱਚ ਖਪ ਜਾਂਦੇ ਹੈ। ਜਿਹੜਾ ਰੂਹਾਨੀ ਹੈ ਇਸ ਨੂੰ ਇਸ਼ਕ ਹਕੀਕੀ ਕਹਿੰਦੇ ਹੈ, ਪਰਮਾਤਮਾ ਦੇ ਨਾਲ ਕੀਤਾ ਹੋਇਆ ਪਿਆਰ। ਬੇਅੰਤ ਰੱਬ ਦੇ ਪਿਆਰਿਆਂ ਸੰਤਾਂ ਭਗਤਾਂ ਨੇ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਹੈ, ਪਰਮੇਸ਼ਰ ਨੂੰ ਪਾਇਆ, ਉਹਦੇ ਗੁਣ ਗਾਉਂਦੇ ਉਹਦਾ ਹੀ ਰੂਪ ਹੋ ਗਏ ਔਰ ਹਰੇਕ ਦੇ ਵਿੱਚੋਂ ਉਹਨਾਂ ਨੇ ਪਰਮਾਤਮਾ ਨੂੰ ਵੇਖਿਆ ਹੈ। ਘਟ ਘਟ ਦੇ ਵਿੱਚੋਂ ਉਹਦੀ ਜੋਤ ਦੇ ਦੀਦਾਰ ਕੀਤੇ ਹੈ। ਸੋ ਇਸ਼ਕ ਹਕੀਕੀ ਜਿਹੜਾ ਹੈ ਉਹ ਸਭ ਤੋਂ ਉੱਤਮ ਹੈ, ਮਹਾਨ ਹੈ। ਭਾਈ ਗੁਰਦਾਸ ਸਾਹਿਬ ਜੀ ਹੁਣ ਉਦਾਹਰਣਾਂ ਦੇ ਕੇ ਸਮਝਾਉਂਦੇ ਹੈ। ਲੈ ਲੈ ਮਜਨੂੰ ਆਸ ਕੀ ਚਾਹੋ ਚੱਕੀ ਜਾਤੀ। ਭਾਈ ਸਾਹਿਬ ਜੀ ਫਰਮਾਉਂਦੇ ਕਿ ਅਸੀਂ ਵੇਖਦੇ ਹਾਂ ਲੈਲਾ ਤੇ ਮਜਨੂੰ, ਇਹਨਾਂ ਦੀ ਜੋ ਆਸ਼ਕੀ, ਇਹਨਾਂ ਦਾ ਜੋ ਪਿਆਰ
ਚਹੁ ਚੱਕੀ ਜਾਤੀ, ਇਹ ਚੌਹਾਂ ਚੱਕਾਂ ਵਿੱਚ ਜਾਣਿਆ ਗਿਆ ਹੈ। ਲੋਕ ਲੈਲਾ ਤੇ ਮਜਨੂ ਦੀਆਂ ਬਾਤਾਂ ਪਾਉਂਦੇ ਹੈ ਵੀ ਲੈਲਾ ਤੇ ਮਜਨੂ ਦਾ ਬਹੁਤ ਪਿਆਰ ਸੀ। ਸੋਰਠ ਬੀਜਾ ਗਾਵੀਐ ਜਸ ਸੁਗੜਾ ਵਾਤੀ। ਸੋਰਠ ਇੱਕ ਰਾਜ ਕੰਨਿਆ ਦਾ ਨਾਂ ਸੀ ਤੇ ਬੀਜਾ ਨਾਮੇ ਜੋ ਪੁਰਸ਼ ਹੈ ਉਹਦੇ ਨਾਲ ਇਹਦਾ ਪਿਆਰ ਹੋਇਆ। ਇਸ ਨੂੰ ਢੋਲ ਤੇ ਸੰਮੀ ਵੀ ਆਖਦੇ ਹੈ। ਸੋਰਠ ਤੇ ਬੀਜਾ, ਇਹਨਾਂ ਦਾ ਜਸ ਜਿਹੜਾ ਹੈ ਨਾ ਸਿਆਣੇ ਪੁਰਸ਼ਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਹੈ। ਇਹਨਾਂ ਦੇ ਪਿਆਰ ਦੀਆਂ ਗੱਲਾਂ ਵੀ ਲੋਕ ਕਰਦੇ ਹੈ। ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ। ਤੀਜਾ ਸੱਸੀ ਤੇ ਪੁੰਨੂ, ਇਹ ਵੱਖੋ ਵੱਖ ਅੱਡੋ ਅੱਡ ਜਾਤੀਆਂ ਦੇ ਸਨ। ਔਰ ਅੱਡੋ ਅੱਡ ਜਾਤੀਆਂ ਦੇ ਹੁੰਦਿਆਂ ਹੋਇਆਂ ਵੀ ਇਹਨਾਂ ਦੀ ਦੋਸਤੀ ਜਿਹੜੀ ਹੈ ਉਹ ਹੋਈ ਹੈ। ਪ੍ਰੀਤਵਾਨ ਹੋਏ ਹੈ, ਇੱਕ ਦੂਜੇ ਦੇ ਦੋਸਤ ਹੋਏ ਹੈ। ਮੇਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ। ਫਿਰ ਮੇਹੀਵਾਲ ਤੇ ਸੋਹਣੀ ਨੈ ਤਰਦੀ ਰਾਤੀ। ਸੋ ਆਪਣੇ ਪਿਆਰੇ ਮੇਹੀਵਾਲ ਨੂੰ ਮਿਲਣ ਲਈ ਸੋਹਣੀ ਰੋਜ਼ ਰਾਤ ਨੂੰ ਦਰਿਆ ਵਿੱਚ ਤਰ ਕੇ ਮਿਲਣ ਜਾਂਦੀ ਸੀ। ਚਨਾਹ ਦਰਿਆ ਨੂੰ ਪਾਰ ਕਰਕੇ ਜਾਣਾ ਘੜੇ 'ਤੇ। ਕਿਸੇ ਨੇ ਕੱਚਾ ਘੜਾ ਰੱਖ ਦਿੱਤਾ, ਉਹ ਖੁਰ ਗਿਆ, ਡੁੱਬ ਗਈ ਅਤੇ ਨਾਲ ਹੀ ਬਾਅਦ ਉਹ ਜਿਹੜਾ ਸੀ ਮੇਹੀਵਾਲ ਉਹ ਵੀ ਮਰ ਗਿਆ। ਇਹਨਾਂ ਦੀਆਂ ਬਾਤਾਂ ਵੀ ਲੋਕ ਪਾਉਂਦੇ ਹੈ। ਰਾਂਝਾ ਹੀਰ ਵਖਾਣੀਐ ਉਹ ਪਿਰਮ ਪਰਾਤੀ। ਹੀਰ ਤੇ ਰਾਂਝੇ ਦੀ ਪ੍ਰੀਤ ਕਹੀ ਗਈ ਹੈ। ਪੰਜਾਬੀ ਦੇ ਕਈ ਕਵੀਆਂ ਨੇ ਇਹਨਾਂ ਦੀ ਪ੍ਰੀਤ ਦਾ ਜ਼ਿਕਰ ਕੀਤਾ ਹੈ। ਇਹ ਵੀ ਇੱਕ ਦੂਜੇ ਦੇ ਪਿਆਰ ਦੇ ਵਿੱਚ ਲੀਨ ਰਹਿੰਦੇ ਸਨ। ਉਹ ਪਿਰਮ ਪਿਰਾਤੀ, ਸੋ ਇਹ ਪ੍ਰੇਮ ਪਿਆਰ ਦੇ ਵਿੱਚ ਲੀਨ ਰਹਿੰਦੇ ਸੀ। ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੰਨਿਆਂ ਦਾ ਜ਼ਿਕਰ ਕੀਤਾ ਨਾ, ਲੋਕ ਕਹਿੰਦੇ ਹੈ ਇਹ ਆਸ਼ਿਕ ਹੋਏ ਹੈ, ਪ੍ਰੀਤਵਾਨ ਹੋਏ ਹੈ, ਪਰ ਇਹ ਸਿਰਫ ਸਰੀਰਾਂ ਦੇ ਪ੍ਰੀਤਵਾਨ ਸਨ। ਅਤੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੀ ਗੁਰੂ ਦੇ ਨਾਲ ਸੱਚੀ ਪ੍ਰੀਤੀ ਹੈ। ਪੀਰ ਮੁਰੀਦਾਂ ਪਿਰਹੜੀ, ਮੁਰੀਦਾਂ ਦੀ ਪੀਰ ਨਾਲ, ਗੁਰਸਿੱਖਾਂ ਦੀ ਗੁਰੂ ਨਾਲ ਜੋ ਪ੍ਰੀਤ ਹੈ ਉਹ ਪੱਕੀ ਪ੍ਰੀਤੀ ਹੈ, ਸੱਚੀ ਪ੍ਰੀਤੀ ਹੈ। ਗਾਵਨ ਪ੍ਰਭਾਤੀ, ਅਤੇ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਜਿਹੜੇ ਹੈ ਉਹ ਗੁਰੂ ਦਾ ਜਸ ਗਾਉਂਦੇ ਹੈ, ਗੁਰੂ ਦੀ ਵਡਿਆਈ ਕਰਦੇ ਹੈ। ਇਸ ਪ੍ਰਸੰਗ ਵਿੱਚ ਭਾਈ ਗੁਰਦਾਸ ਜੀ ਨੇ ਇਹ ਜਿਹੜਾ ਜ਼ਿਕਰ ਕੀਤਾ ਹੈ ਇਹ ਸਿੱਖਿਆ ਦੇਣ ਲਈ ਲਿਖੇ ਹੈ। ਇਹਨਾਂ ਦੀ ਗੱਲ ਕਰਕੇ ਸੱਚੀ ਪ੍ਰੀਤ ਗੁਰੂ ਅਤੇ ਸਿੱਖਾਂ ਦੀ ਪ੍ਰੀਤ ਦਾ ਜ਼ਿਕਰ ਕੀਤਾ ਹੈ। ਕਿਤੇ ਉੱਥੇ ਇਹ ਜ਼ਿਕਰ ਨਹੀਂ ਕੀਤਾ ਵੀ ਤੁਸੀਂ ਇਹਨਾਂ ਵਾਂਗ ਪ੍ਰੀਤ ਕਰਨੀ ਹੈ। ਦੱਸਿਆ ਹੈ ਇਹਨਾਂ ਤੋਂ ਉੱਤਮ ਜਿਹੜੀ ਪ੍ਰੀਤੀ ਹੈ ਨਾ ਉਹ ਗੁਰੂ ਅਤੇ ਗੁਰੂ ਦੇ ਸਿੱਖ ਦੀ ਹੈ। ਵਾਸ਼ਨਾ ਦੇ ਅਧੀਨ ਹੋ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਣਾ, ਉਸ ਨੂੰ ਪ੍ਰੀਤ ਨਹੀਂ ਕਿਹਾ ਜਾਂਦਾ, ਪਿਆਰ ਨਹੀਂ ਕਿਹਾ ਜਾਂਦਾ। ਪ੍ਰੀਤ ਪਿਆਰ ਜਿਹੜਾ ਨਾ ਬੜਾ ਉੱਤਮ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਰੱਬ ਦੇ ਪਿਆਰੇ ਰੱਬ ਦੇ ਨਾਲ ਕਰਦੇ ਹੈ। ਸੋ ਪ੍ਰੇਮ ਹੈ ਐਸਾ ਜਿਹੜਾ ਪ੍ਰਭੂ ਦੇ ਨਾਲ ਪ੍ਰੇਮ ਕਰਦਾ, ਉਹ ਫਿਰ ਸਾਰੀ ਖਲਕਤ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਨੂੰ ਹੀ ਵੇਖਦਾ ਹੈ। ਪ੍ਰੇਮ ਨਾ ਵਾੜੀ ਉਪਜਤਾ ਪ੍ਰੇਮ ਨਾ ਹਾਟ ਵਿਕਾਏ। ਰਾਣਾ ਰਾਜਾ ਜੋ ਚਾਹੇ ਸਿਰ ਦੀਜੈ ਪ੍ਰੇਮ ਲੈ ਜਾਏ। ਇਹ ਸਿਰ ਵਟੇ ਮਿਲਦਾ ਹੈ ਔਰ ਇਹਨੂੰ ਖਰੀਦਿਆ ਨਹੀਂ ਜਾ ਸਕਦਾ। ਮਾਲਕ ਦੀ ਮਿਹਰ ਹੋਵੇ ਉਸ ਹਿਰਦੇ ਦੇ ਵਿੱਚ ਹੀ ਇਹ ਸੱਚਾ ਪ੍ਰੇਮ ਪੈਦਾ ਹੁੰਦਾ ਹੈ। ਸੋ ਗੁਰੂ ਅਤੇ ਸਿੱਖ ਦੀ ਪ੍ਰੀਤੀ ਜਿਹੜੀ ਐਸੀ ਹੈ, ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਗੁਰੂ ਦਾ ਜਸ ਗਾਉਂਦੇ ਹੈ।
ਅਗਲੀ ਦੂਸਰੀ ਪੌੜੀ ਵਿੱਚ ਵੀ ਪ੍ਰੀਤ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਅਮਲੀ ਅਮਲ ਨ ਛੱਡਣੀ, ਹੋਏ ਬਹਿਨ ਇਕੱਠੇ। ਭਾਈ ਸਾਹਿਬ ਜੀ ਫਰਮਾਉਂਦੇ, ਜਿਵੇਂ ਅਮਲੀ ਲੋਕ ਜਿਹੜੇ ਨਸ਼ੇ ਕਰਨ ਵਾਲੇ ਆ, ਉਹ ਨਸ਼ਿਆਂ ਦਾ ਤਿਆਗ ਨਹੀਂ ਕਰਦੇ। ਅਮਲੀ ਅਮਲ ਨਹੀਂ ਛੱਡਦੇ, ਹੋਏ ਬਹਿਨ ਇਕੱਠੇ। ਅਤੇ ਅਮਲ ਪੀਣ ਦੇ ਵਾਸਤੇ ਉਹ ਇਕੱਠੇ ਹੋ ਕੇ ਇੱਕ ਥਾਂ 'ਤੇ ਬੈਠਦੇ ਹੈ। ਜਿਉ ਜੂਏ ਜੂਆਰੀਆ, ਲੱਗਦਾ ਵ ਉਪੱਠੇ। ਅਤੇ ਦੂਜੀ ਉਦਾਹਰਣ ਦਿੰਦੇ, ਕਹਿੰਦੇ ਜਿਹੜੇ ਜੂਆਰੀਏ ਹੈ, ਜੂਆ ਖੇਡਣ ਵਾਲੇ, ਉਹਨਾਂ ਦੀ ਪ੍ਰੀਤ ਜੂਏ ਦੇ ਨਾਲ ਹੈ। ਲੱਗਦਾ ਵ ਉਪੱਠੇ, ਅਤੇ ਜੂਆ ਖੇਡਦਿਆਂ ਹੋਇਆਂ ਉਹ ਕਈ ਵਾਰ ਪੁੱਠੇ ਦਾ ਵੀ ਲਾ ਦਿੰਦੇ ਹੈ। ਜਿਵੇਂ ਕੈਰਵਾਂ ਪਾਂਡਵਾਂ ਨੇ ਜੂਆ ਖੇਡਿਆ ਸੀ ਅਤੇ ਯੁਧਿਸ਼ਟਰ ਜਿਹੜਾ, ਉਹਨੇ ਸਾਰਾ ਕੁਝ ਹੀ ਦਾਅ 'ਤੇ ਲਾ ਦਿੱਤਾ। ਅਖੀਰ ਫਿਰ ਦ੍ਰੋਪਦੀ ਨੂੰ ਵੀ ਉਹਨਾਂ ਨੇ ਦਾਅ 'ਤੇ ਲਾ ਦਿੱਤਾ, ਉਹਨੂੰ ਵੀ ਜੂਏ 'ਚ ਹਾਰ ਗਏ। ਸੋ ਜਿਹੜੇ ਜੁਆਰੀਏ ਨੇ ਨਾ, ਉਹਨਾਂ ਦੀ ਪ੍ਰੀਤ ਜੂਆ ਖੇਡਣ ਦੇ ਨਾਲ ਹੈ। ਉਹ ਪੁੱਠੇ ਸਿੱਧੇ ਦਾਅ ਲਾ ਦਿੰਦੇ ਹੈ। ਚੋਰੀ ਚੋਰ ਨ ਪੱਲਰਹਿ, ਦੁੱਖ ਸਹਿਨ ਗਰਠੇ। ਚੋਰ ਜਿਹੜਾ ਹੈ ਉਹ ਚੋਰੀ ਕਰਨ ਤੋਂ ਨਹੀਂ ਹਟਦਾ। ਦੁੱਖ ਸਹਿਨ ਗਰਠੇ, ਇੱਥੋਂ ਤੱਕ ਜਦੋਂ ਗਰਠੇ ਗ੍ਰਿਫਤਾਰ ਹੋ ਜਾਂਦੇ ਹੈ, ਫੜੇ ਜਾਂਦੇ ਹੈ, ਦੁੱਖ ਸਹਿੰਦੇ ਹੈ, ਪਰ ਫਿਰ ਵੀ ਉਹ ਇਸ ਭੈੜੇ ਕੰਮ ਨੂੰ ਛੱਡਦੇ ਨਹੀਂ। ਚੋਰੀ ਕਰਨ ਤੋਂ ਚੋਰ ਹਟਦੇ ਨਹੀਂ ਹਨ। ਰਹਿਨ ਨ ਗਣਕਾ ਵਾੜਿਆਹੋ, ਵੇ ਕਰਮੀ ਲੱਠੇ। ਜਿਹੜੇ ਵੇਕਰਮੀ ਪੁਰਸ਼ ਨੇ, ਵਿਸ਼ਈ ਪੁਰਸ਼ ਨੇ, ਭੈੜੇ ਪੁਰਸ਼ ਨੇ, ਉਹ ਗਣਕਾ ਵਾੜੇ ਜਾਣ ਤੋਂ ਪਿੱਛੇ ਨਹੀਂ ਹਟਦੇ। ਵੇਸ਼ਵਾ ਦੇ ਦਰ 'ਤੇ ਉਹ ਜਾਂਦੇ ਹੈ। ਵੇਕਰਮੀ ਲੱਠੇ, ਉਹ ਸਦਾ ਵਿਸ਼ਿਆਂ ਦੇ ਵਿੱਚ ਲੱਠੇ ਲੱਟੂ ਹੋਏ ਰਹਿੰਦੇ ਆ, ਉਹਨਾਂ ਵਿੱਚ ਫਸੇ ਰਹਿੰਦੇ ਹੈ। ਅਥਵਾ ਲੱਠੇ ਸੋਟਿਆਂ ਦੀ ਮਾਰ ਦਾ ਡਰ ਵੀ ਉਹਨਾਂ ਨੂੰ ਪਿੱਛੇ ਨਹੀਂ ਹਟਾ ਪਾਉਂਦਾ। ਉਹ ਗਨਕਾ ਦੇ ਵਾੜੇ 'ਤੇ ਜਾਂਦੇ ਹੈ ਔਰ ਕੁਕਰਮ ਕਰਦੇ ਹੈ। ਪਾਪੀ ਪਾਪ ਕਮਾਵਦੇ, ਹੋਏ ਫਿਰਦੇ ਨੱਠੇ। ਜਿਹੜੇ ਪਾਪੀ ਪੁਰਸ਼ ਨੇ, ਪਾਪ ਕਮਾਉਂਦੇ ਹੈ, ਹੋਏ ਫਿਰਦੇ ਨੱਠੇ, ਅਤੇ ਪਾਪ ਕਰਦੇ ਹੋਏ ਨੱਠੇ ਹੋਏ ਫਿਰਦੇ ਨੇ। ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ ਪਾਪ ਕਰਦੇ ਨੱਠੇ ਫਿਰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਨਾ, ਇਹਨਾਂ ਦੀ ਪ੍ਰੀਤ ਜਿਹੜੀ ਹੈ ਨਾ, ਮੰਦ ਕੰਮਾਂ ਦੇ ਵਿੱਚ ਹੈ। ਅਮਲੀ ਅਮਲ ਨਹੀਂ ਛੱਡਦਾ, ਜੁਆਰੀਆ ਜੂਆ ਨਹੀਂ ਛੱਡਦਾ, ਚੋਰ ਚੋਰੀ ਕਰਨੀ ਨਹੀਂ ਛੱਡਦਾ, ਉਹਦੀ ਪ੍ਰੀਤ ਉਹਦੇ ਨਾਲ ਹੈ। ਵੇਕਰਮੀ ਗਨਕਾਂ ਵਾਲੇ ਜਾਣੋਂ ਨਹੀਂ ਹਟਦੇ, ਪਾਪੀ ਪਾਪ ਕਰਨੋਂ ਨਹੀਂ ਪਿੱਛੇ ਹਟਦੇ। ਪੀਰ ਮੁਰੀਦਾਂ ਪਿਰਹੜੀ, ਸਭ ਪਾਪ ਪਨੱਠੇ। ਭਾਈ ਸਾਹਿਬ ਜੀ ਕਹਿੰਦੇ, ਜਿਵੇਂ ਇਹਨਾਂ ਦਾ ਮੈਂ ਜ਼ਿਕਰ ਕੀਤਾ ਵੀ ਇਹ ਆਪੋ ਆਪਣੇ ਪਾਪ ਕਰਮ ਵਿੱਚ ਪ੍ਰਵਿਰਤ ਹਨ, ਬੁਰੀਆਂ ਆਦਤਾਂ ਕਰਕੇ ਪਾਪਾਂ ਵਿੱਚ ਫਸੇ ਰਹਿੰਦੇ ਹੈ। ਇਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਨਾ, ਉਹਨਾਂ ਦੀ ਪ੍ਰੀਤ ਤਾਂ ਸੱਚੀ ਹੈ। ਮੰਦ ਕਰਮਾਂ ਵਿੱਚ ਲੱਗੇ ਮੰਦ ਕਰਮਾਂ ਨੂੰ ਨਹੀਂ ਛੱਡਦੇ, ਉਹ ਪ੍ਰੀਤ ਕਰਕੇ ਭੈੜੇ ਕਰਮ ਕਰਦੇ ਹੈ। ਅਤੇ ਗੁਰੂ ਕਾ ਸਿੱਖ ਫਿਰ ਗੁਰੂ ਦੇ ਨਾਲ ਸੱਚੀ ਪ੍ਰੀਤੀ ਕਰਨ ਤੋਂ ਕਿਵੇਂ ਪਿੱਛੇ ਹਟ ਸਕਦਾ। ਚੋਰ ਚੋਰੀ ਕਰਨ ਤੋਂ ਪਿੱਛੇ ਨਹੀਂ ਹਟਦਾ, ਜੁਆਰੀਆ ਜੂਆ ਖੇਡਣ ਤੋਂ ਨਹੀਂ ਪਿੱਛੇ ਹਟਦਾ, ਅਮਲੀ ਅਮਲ ਕਰਨ ਤੋਂ ਪਿੱਛੇ ਨਹੀਂ ਹਟਦਾ। ਸਿੱਖ ਕਿਉਂ ਪਿੱਛੇ ਹਟੇ ਗੁਰੂ ਦੇ ਨਾਲ ਪ੍ਰੀਤ ਕਰਨ ਤੋਂ? ਇਹ ਤਾਂ ਸਭ ਤੋਂ ਉੱਤਮ ਪ੍ਰੀਤ ਹੈ, ਸਭ ਤੋਂ ਮਹਾਨ ਹੈ, ਸੱਚੀ ਸੁੱਚੀ ਹੈ। ਸੋ ਗੁਰੂ ਦੇ ਸਿੱਖ ਦੀ ਜਿਹੜੀ ਪ੍ਰੀਤ ਹੈ ਨਾ, ਆਪਣੇ ਗੁਰੂ ਨਾਲ ਸੱਚੀ ਪ੍ਰੀਤੀ, ਅਤੇ ਇਸ ਪ੍ਰੀਤ ਕਰਕੇ ਸਭ ਪਾਪ ਪਨੱਠੇ, ਸਾਰੇ ਹੀ ਪਾਪ ਦੂਰ ਹੋ ਜਾਂਦੇ ਹੈ। ਸੱਚੀ ਪ੍ਰੀਤ ਹੈ।
ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਮਝਾਇਆ ਹੈ ਵੀ ਉਹ ਤਾਂ ਪ੍ਰੀਤ ਕਰਕੇ ਮਾੜੇ ਕਰਮ ਕਰਦੇ ਹੈ, ਗੁਰੂ ਕਾ ਸਿੱਖ ਗੁਰੂ ਨਾਲ ਪ੍ਰੀਤ ਕਰਕੇ ਚੰਗੇ ਕਰਮ ਕਰਦਾ ਹੈ। ਸਿਮਰਨ, ਨਾਮ, ਭਗਤੀ, ਪਰ ਉਪਕਾਰ, ਸੇਵਾ, ਸਤ ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਗੁਣਾਂ ਦਾ ਧਾਰਨੀ ਬਣਦਾ ਹੈ। ਤੋ ਗੁਰੂ ਕਾ ਸਿੱਖ ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦਾ, ਸ਼ੁਭ ਕਰਮ ਕਰਦਾ ਹੈ। ਤੀਸਰੀ ਪੌੜੀ ਵਿੱਚ ਵੀ ਗੁਰੂ ਔਰ ਗੁਰੂ ਦੇ ਸਿੱਖਾਂ ਦੀ ਪ੍ਰੀਤ ਦਾ ਜ਼ਿਕਰ ਕਰ ਰਹੇ ਹਨ। ਭਵਰੈ ਵਾਸ ਵਿਨਾਸ਼ ਹੈ, ਫਿਰਦਾ ਫੁਲਵਾੜੀ। ਕੁਝ ਉਦਾਹਰਣਾਂ ਦਿੱਤੀਆਂ ਨੇ ਭਾਈ ਗੁਰਦਾਸ ਜੀ ਨੇ। ਭਵਰੈ ਵਾਸ ਵਿਨਾਸ਼ ਹੈ, ਜਿਹੜਾ ਭੌਰਾ ਹੈ ਨਾ, ਉਹ ਫੁੱਲਾਂ ਤੋਂ ਵਾਸ਼ਨਾ ਲੈਂਦਾ, ਸੁਗੰਧੀ ਲੈਂਦਾ ਹੈ, ਪਰ ਉਹ ਫੁੱਲਾਂ ਵਿੱਚ ਜਦੋਂ ਬੰਦ ਹੋ ਜਾਂਦਾ ਫਿਰ ਵਿਨਾਸ਼ ਹੈ, ਨਾਸ਼ ਹੋ ਜਾਂਦਾ ਹੈ। ਫਿਰਦਾ ਫੁਲਵਾੜੀ, ਭੌਰਾ ਫੁੱਲਾਂ ਦੀ ਵਾਸ਼ਨਾ ਲੈਂਦਾ ਹੋਇਆ ਖਤਮ ਹੋ ਜਾਂਦਾ, ਮਰ ਜਾਂਦਾ ਹੈ, ਪਰ ਫਿਰ ਵੀ ਉਹ ਫੁਲਵਾੜੀ ਵਿੱਚ ਫਿਰਦਾ ਹੈ। ਕਿੰਨੇ ਭੌਰੇ ਨਾਸ਼ ਹੋ ਗਏ ਅੱਜ ਤੱਕ। ਕਦੇ ਭੌਰਿਆਂ ਦੀ ਕੁੱਲ ਨੇ ਮਿਲ ਕੇ ਇਹ ਨਹੀਂ ਕਿਹਾ ਵੀ ਇਹਨਾਂ ਫੁੱਲਾਂ ਦੇ ਵਿੱਚ ਇਹਨਾਂ ਦੀ ਸੁਗੰਧੀ ਨੂੰ ਲੈਂਦਿਆਂ ਸਾਡੇ ਕਈ ਸਾਥੀ ਦੁਨੀਆ ਤੋਂ ਤੁਰ ਗਏ। ਆਪਾਂ ਇਹਨਾਂ ਦੇ ਨਾਲ ਪ੍ਰੀਤ ਨਾ ਕਰੀਏ, ਪਿੱਛੇ ਹਟ ਜਾਈਏ, ਪਰ ਕਦੇ ਭੌਰੇ ਪਿੱਛੇ ਨਹੀਂ ਹਟਦੇ। ਉਹ ਫੁਲਵਾੜੀ ਵਿੱਚ ਫਿਰਦੇ ਆ, ਫੁੱਲਾਂ 'ਤੇ ਬਹਿੰਦੇ ਆ, ਫੁੱਲ ਬੰਦ ਹੋ ਜਾਂਦਾ ਹੈ, ਸਾਹ ਘੁੱਟ ਕੇ ਮਰ ਜਾਂਦੇ ਹੈ, ਜਾਂ ਮਾਲੀ ਫੁੱਲਾਂ ਨੂੰ ਤੋੜ ਕੇ ਲੈ ਜਾਂਦਾ, ਜਿੱਥੇ ਫੁੱਲਾਂ ਦਾ ਤੇਲ ਨਿਕਲਦਾ, ਭੌਰਿਆਂ ਦਾ ਵੀ ਨਾਲੇ ਹੀ ਤੇਲ ਨਿਕਲ ਜਾਂਦਾ, ਮਰ ਜਾਂਦੇ। ਇਹ ਏਕੰਗੀ ਪ੍ਰੀਤੀ ਹੈ। ਭੌਰਾ ਤਾਂ ਕਰਦਾ ਹੈ ਪ੍ਰੀਤ ਫੁੱਲ ਨਾਲ, ਪਰ ਫੁੱਲ ਥੋੜ੍ਹੀ ਅੱਗੋਂ ਕਰਦਾ ਹੈ। ਗੁਰੂ ਕੇ ਸਿੱਖ ਦੀ ਪ੍ਰੀਤ ਇਹ ਦੋ ਪਾਸਿਆਂ ਦੀ ਪ੍ਰੀਤੀ ਹੈ। ਸਿੱਖ ਪ੍ਰੀਤ ਕਰਦਾ ਹੈ, ਗੁਰੂ ਵੀ ਪ੍ਰੀਤ ਕਰਦਾ ਹੈ। ਇਹ ਨਹੀਂ ਵੀ ਗੁਰੂ ਪ੍ਰੀਤ ਨਹੀਂ ਕਰਦਾ। ਮਹਾਰਾਜ ਤਾਂ ਕਹਿੰਦੇ ਹੈ, ਤੂੰ ਇੱਕ ਕਦਮ ਚੱਲ, ਵੇਖ ਗੁਰੂ ਕਿੱਡੀਆਂ ਰਹਿਮਤਾਂ ਕਰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਕਦਮ ਪੁੱਟੇਗਾ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਆਵੇਗਾ। ਇੰਨਾ ਪਿਆਰ ਕਰਦਾ ਹੈ ਗੁਰੂ ਤੇਰੇ ਨਾਲ। ਤੋ ਇਹ ਏਕੰਗੀ ਪ੍ਰੀਤੀ ਨਹੀਂ ਹੈ। ਗੁਰੂ ਅਤੇ ਸਿੱਖ ਦੀ ਦੋਵਾਂ ਪਾਸਿਆਂ ਦੀ ਪ੍ਰੀਤੀ ਹੈ, ਦੋ ਪਾਸੜ ਪ੍ਰੀਤੀ ਹੈ। ਬਾਕੀ ਉਹ ਏਕੰਗੀ ਪ੍ਰੀਤੀ, ਇੱਕ ਹੀ ਪ੍ਰੀਤ ਕਰਦਾ, ਦੂਜਾ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਮੁਰੀਦ ਹੈ, ਗੁਰੂ ਦਾ ਸਿੱਖ ਹੈ, ਉਹ ਜਗਤ ਦੇ ਕੰਡਿਆਂ ਵੱਲ ਭਾਵ ਕਸ਼ਟਾਂ ਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਗੁਰੂ ਨਾਲ ਪ੍ਰੀਤ ਕਰਦਾ ਹੈ, ਜਿਵੇਂ ਭੌਰਾ ਫੁੱਲਾਂ ਦੀ ਵਾਸ਼ਨਾ ਨਾਲ ਪ੍ਰੀਤ ਕਰਦਾ ਹੈ। ਜਲੈ ਪਤੰਗ ਨਿਸੰਗ ਹੋਏ, ਕਰ ਅੱਖ ਉਗਾੜੀ। ਦੂਜੀ ਉਦਾਹਰਣ ਦਿੰਦੇ ਹੈ, ਜਲੈ ਪਤੰਗ ਨਿਸੰਗ ਹੋਏ। ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ ਉੱਤੇ ਨਿਸੰਗ ਹੋ ਕੇ ਸੜ ਜਾਂਦਾ ਹੈ। ਕਰ ਅੱਖ ਉਗਾੜੀ, ਅਤੇ ਅੱਖਾਂ ਉਗਾੜ ਕੇ, ਅੱਖਾਂ ਖੋਲ੍ਹ ਕੇ ਉਹ ਦੀਵੇ ਵੱਲ ਜਾਂਦਾ ਹੈ। ਪਤੰਗੇ ਦੀ ਦੀਵੇ ਨਾਲ ਪ੍ਰੀਤ ਹੈ, ਦੀਵੇ 'ਤੇ ਸੜ ਮਰਦਾ ਹੈ, ਪਰ ਦੀਵਾ ਅੱਗੋਂ ਪਤੰਗੇ ਨਾਲ ਪਿਆਰ ਨਹੀਂ ਕਰਦਾ, ਦੀਵਾ ਪਤੰਗਾ ਹੀ ਕਰਦਾ ਹੈ। ਇਹ ਏਕੰਗੀ ਪ੍ਰੀਤੀ ਹੈ ਇਹਨਾਂ ਦੀ। ਪਰ ਫਿਰ ਵੀ ਪਤੰਗਾ ਉਹਦੀ ਪ੍ਰੀਤ ਦੁਖਦਾਈ ਪਿੱਛੇ ਨਹੀਂ ਹਟਦਾ। ਮਿਰਗ ਨਾਦ ਵਿਸਮਾਦ ਹੋਏ, ਫਿਰਦਾ ਉਜਾੜੀ। ਮਿਰਗ ਜਿਹੜਾ ਹਰਨ ਹੈ, ਇਹ ਘੰਡੇ ਹੇੜੇ ਦੇ ਸ਼ਬਦ ਦੇ ਨਾਲ ਪ੍ਰੀਤ ਕਰਦਾ ਹੈ। ਉਹਦੀ ਆਵਾਜ਼ ਸੁਣ ਕੇ ਮੋਹਿਤ ਹੋ ਕਰਕੇ ਉਜਾੜਾਂ ਦੇ ਵਿੱਚ ਫਿਰਦਾ ਰਹਿੰਦਾ ਹੈ। ਸ਼ਿਕਾਰੀ ਘੰਡੇ ਹੇੜੇ ਦੀ ਆਵਾਜ਼ ਪੈਦਾ ਕਰਕੇ ਹਰਨ ਨੂੰ ਫੜ ਲੈਂਦਾ ਹੈ। ਹਰਨ ਆਪਣਾ ਆਪ ਬਣਾ ਦਿੰਦਾ ਹੈ ਉਸ ਆਵਾਜ਼ 'ਤੇ। ਉਹਦੀ ਪ੍ਰੀਤ ਹੈ ਘੰਡੇ ਹੇੜੇ ਦੇ ਸ਼ਬਦ ਦੇ ਨਾਲ। ਕੁੰਡੀ ਫਾਥੇ ਮੱਛ ਜਿਉਂ, ਰਸ ਜੀਭ ਵਿਗਾੜੀ। ਮੱਛੀ ਜਿਹੜੀ ਹੈ ਉਹ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਕਿਉਂਕਿ ਉਹ ਜੀਭ ਦੇ ਰਸ ਵਿੱਚ ਫਸੀ ਹੁੰਦੀ ਹੈ। ਉਹਦੀ ਪ੍ਰੀਤ ਹੈ ਉਸ ਰਸ ਦੇ ਨਾਲ। ਸ਼ਿਕਾਰੀ ਆਉਂਦਾ,
ਉਹ ਕੁੰਡੀ ਵਿੱਚ ਕੋਈ ਆਟਾ ਪਾਉਂਦਾ, ਕੋਈ ਮਾਸ ਦਾ ਟੁਕੜਾ, ਅਤੇ ਮੱਛੀ ਉਹ ਰਸ ਦੇ ਅਧੀਨ ਹੋਈ ਆਉਂਦੀ ਹੈ ਅਤੇ ਉਹ ਕੁੰਡੀ ਮੂੰਹ ਵਿੱਚ ਪਾ ਲੈਂਦੀ ਹੈ, ਫਸ ਜਾਂਦੀ ਹੈ। ਮੱਛੀ ਦੀ ਪ੍ਰੀਤ ਹੈ ਉਹਦੇ ਨਾਲ, ਪਰ ਪਿੱਛੇ ਨਹੀਂ ਹਟਦੀ। ਹਾਥਣ ਹਾਥੀ ਫਾਹਿਆ ਦੁੱਖ ਸਹਿ ਦਿਹਾੜੀ। ਜੋ ਹਥਣੀ ਉਹਦਾ ਕਲਬੂਤ ਬਣਾਉਂਦੇ ਨੇ ਸ਼ਿਕਾਰੀ ਲੋਕ, ਹਾਥੀ ਉਹਨੂੰ ਵੇਖ ਕੇ ਫਸ ਜਾਂਦਾ ਹੈ। ਦੁੱਖ ਸਹਿ ਦਿਹਾੜੀ, ਅਤੇ ਜ਼ਿੰਦਗੀ ਦੇ ਬਾਕੀ ਦਿਨ ਸਾਰੇ ਉਹ ਦੁੱਖ ਸਹਾਰਦਾ ਰਹਿੰਦਾ ਹੈ। ਪੀਰ ਮੁਰੀਦਾਂ ਪਿਰਹੜੀ ਲਾਏ ਨਿਜ ਘਰ ਤਾੜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਨੇ ਆਪਣੇ ਗੁਰੂ ਨਾਲ ਸੱਚੀ ਪ੍ਰੀਤ ਲਾ ਕੇ ਨਿਜ ਸਰੂਪ ਦੇ ਵਿੱਚ ਤਾੜੀ ਸਮਾਧੀ ਲਾਈ ਹੈ। ਗੁਰੂ ਦੀ ਅਤੇ ਸਿੱਖ ਦੀ ਪ੍ਰੀਤ ਇਹ ਸੱਚੀ ਹੈ, ਇੱਕ ਪਾਸੇ ਦੀ ਪ੍ਰੀਤੀ ਨਹੀਂ, ਇਹ ਦੋਵਾਂ ਪਾਸਿਆਂ ਦੀ ਪ੍ਰੀਤੀ ਹੈ। ਭੌਰੇ ਦੀ ਪ੍ਰੀਤ ਵੀ ਇੱਕ ਪਾਸੜ ਹੈ, ਫੁੱਲ ਅੱਗੋਂ ਕੋਈ ਪ੍ਰੀਤ ਨਹੀਂ ਕਰਦਾ। ਪਤੰਗਾ ਵੀ ਸੜ ਜਾਂਦਾ ਦੀਵੇ ਦੀ ਲਾਟ 'ਤੇ, ਦੀਵਾ ਅੱਗੋਂ ਕੋਈ ਪ੍ਰੀਤ ਨਹੀਂ ਕਰਦਾ। ਘੰਡੇ ਹੇੜੇ ਦੇ ਸ਼ਬਦ ਨਾਲ ਹਰਨ ਮਸਤ ਹੋ ਜਾਂਦਾ ਹੈ, ਪਰ ਘੰਡੇ ਹੇੜੇ ਦਾ ਸ਼ਬਦ ਤੇ ਅੱਗੋਂ ਪ੍ਰੀਤ ਨਹੀਂ ਨਾ ਕਰਦਾ। ਇਸੇ ਤਰ੍ਹਾਂ ਮੱਛੀ ਜਿਹੜੀ ਹੈ ਉਹ ਕੁੰਡੀ ਵਿੱਚ ਫਸ ਜਾਂਦੀ ਹੈ, ਕੁੰਡੀ ਅੱਗੋਂ ਥੋੜ੍ਹੀ ਉਹਦੇ ਨਾਲ ਪ੍ਰੀਤ ਕਰਦੀ, ਉਹ ਤਾਂ ਮਾਰ ਸੁੱਟਦੀ ਹੈ। ਕਲਬੂਤ ਜਿਹੜਾ ਹਥਣੀ ਦਾ ਹਾਥੀ ਆਉਂਦਾ ਹੈ, ਫਸ ਜਾਂਦਾ ਹੈ, ਉਹ ਕਲਬੂਤ ਹਾਥੀ ਨਾਲ ਪ੍ਰੀਤ ਥੋੜ੍ਹੀ ਕਰਦਾ। ਸੋ ਇਹ ਇੱਕ ਪਾਸੇ ਦੀ ਪ੍ਰੀਤ ਹੈ ਵੀ ਦੁਖਦਾਈ, ਪਰ ਫਿਰ ਵੀ ਉਹ ਛੱਡਦੇ ਨਹੀਂ। ਪਰ ਗੁਰੂ ਦੇ ਸਿੱਖ ਦੀ ਗੁਰੂ ਦੇ ਨਾਲ ਸੁਖਦਾਈ ਪ੍ਰੀਤੀ ਹੈ, ਅਤੇ ਨਿਜ ਸਰੂਪ ਦੇ ਵਿੱਚ ਤਾੜੀ ਲਾ ਕੇ ਗੁਰੂ ਕੇ ਸਿੱਖ ਟਿਕਦੇ ਹੈ। ਇਸ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਜੋ ਜ਼ਿਕਰ ਕਰ ਰਹੇ ਨੇ, ਭੌਰਾ, ਪਤੰਗਾ, ਹਿਰਨ, ਮੱਛੀ, ਹਾਥੀ, ਇਹ ਜਾਨਵਰ ਹੋ ਕੇ, ਪਸ਼ੂ ਹੋ ਕੇ ਐਸੀ ਪੱਕੀ ਪ੍ਰੀਤੀ ਕਰਦੇ ਹੈ, ਤਾਂ ਫਿਰ ਬੰਦਾ, ਮਨੁੱਖ, ਉਹਦੀ ਪ੍ਰੀਤ ਤਾਂ ਗੁਰੂ ਦੇ ਨਾਲ ਇਹਨਾਂ ਦੇ ਨਾਲੋਂ ਕਿਤੇ ਵਧੇਰੇ ਚਾਹੀਦੀ ਹੈ। ਫਿਰ ਜੇਕਰ ਵਿਚਾਰ ਕਰਕੇ ਵੇਖੀਏ ਤਾਂ ਇਹਨਾਂ ਸਾਰਿਆਂ ਦੀ ਪ੍ਰੀਤੀ ਦਾ ਅੰਤ ਦੁੱਖ ਹੈ, ਪਰ ਜਿਹੜੀ ਗੁਰੂ ਦੇ ਨਾਲ ਪ੍ਰੀਤੀ ਹੈ ਇਹ ਸੁਖਦਾਈ ਹੈ। ਅਤੇ ਦੂਸਰਾ ਇਸ਼ਾਰਾ ਇਸ ਪੌੜੀ ਵਿੱਚ ਭਾਈ ਸਾਹਿਬ ਸਾਨੂੰ ਇਹ ਕਰਦੇ ਹੈ, ਇਹ ਜਿਹੜੇ ਨੇ ਨਾ ਜਿੰਨੇ ਵੀ, ਇਹ ਦੂਸਰੇ ਵਿੱਚ ਫਸਦੇ ਹੈ, ਪਰ ਜਿਹੜਾ ਸਿੱਖ ਹੈ ਨਾ ਉਹ ਗੁਰੂ ਨਾਲ ਪ੍ਰੀਤ ਕਰਦਿਆਂ ਹੋਇਆਂ ਉਹ ਆਪਣੇ ਆਪ ਦੇ ਵਿੱਚ ਟਿਕ ਜਾਂਦਾ ਹੈ, ਭਟਕਦਾ ਨਹੀਂ ਹੈ। ਸੋ ਇਸ ਤਰ੍ਹਾਂ ਦੀ ਸੱਚੀ ਪ੍ਰੀਤੀ ਹੈ ਗੁਰਸਿੱਖਾਂ ਦੀ ਅਤੇ ਗੁਰੂ ਦੀ। ਅਗਲੀ ਚੌਥੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕੁਝ ਹੋਰ ਉਦਾਹਰਣਾਂ ਦੇ ਕਰਕੇ ਗੁਰੂ ਅਤੇ ਸਿੱਖ ਦੀ ਸਦੀਵੀ ਪ੍ਰੀਤ ਦਾ ਜ਼ਿਕਰ ਕਰ ਰਹੇ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਚਕੋਰ ਦੀ ਚੰਦਰਮਾ ਦੇ ਨਾਲ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਤਾਰ ਨਿਹਾਲੇ, ਤਾੜੀ ਲਾ ਕੇ ਇੱਕ ਟੱਕ ਜਿਹੜਾ ਚਕੋਰ ਹੈ ਉਹ ਚੰਦਰਮਾ ਵੱਲ ਵੇਖਦਾ ਰਹਿੰਦਾ ਹੈ, ਉਹਦੀ ਪ੍ਰੀਤ ਹੈ ਚੰਦ ਦੇ ਨਾਲ। ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਚਕਵੀ ਦਾ ਸੂਰਜ ਦੇ ਨਾਲ ਪਿਆਰ ਹੈ, ਮਿਲ ਹੋਣ ਸੁਖਾਲੇ। ਅਤੇ ਜਦੋਂ ਸੂਰਜ ਚੜ੍ਹਦਾ ਹੈ ਫਿਰ ਚਕਵੀ ਅਤੇ ਚਕਵਾ ਆਪਸ ਵਿੱਚ ਮਿਲ ਕੇ ਸੁਖੀ ਹੁੰਦੇ ਹੈ, ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ ਉਹ ਵਿਛੜੇ ਰਹਿੰਦੇ ਹੈ। ਸੋ ਚਕਵੀ ਦਾ ਸੂਰਜ ਨਾਲ ਪ੍ਰੇਮ ਹੈ। ਨੇਹੋ ਕਵਲ ਜਲ ਜਾਣੀਐ ਖਿੜ ਮੋਹ ਵੇ ਖਾਲੇ। ਕੌਲ ਫੁੱਲ ਜਿਹੜਾ ਹੈ ਉਹਦਾ ਜਲ ਪਾਣੀ ਦੇ ਨਾਲ ਪ੍ਰੇਮ ਜਾਣਿਆ ਜਾਂਦਾ ਹੈ। ਖਿੜ ਮੋਹ ਵੇ ਖਾਲੇ, ਕਿਉਂਕਿ ਪਾਣੀ ਵਿੱਚ ਖਿੜ ਕੇ ਵਿਖਾਉਂਦਾ ਹੈ, ਪ੍ਰਸੰਨ ਹੁੰਦਾ ਹੈ। ਪਾਣੀ ਤੋਂ ਬਿਨਾਂ ਕੌਲ ਫੁੱਲ ਸੁੱਕ ਜਾਂਦਾ ਹੈ, ਝੜ ਜਾਂਦਾ ਹੈ। ਇੱਥੇ ਇੱਕ ਵਿਦਵਾਨ ਦੇ ਸ਼ਬਦ ਵੀ ਹਨ, ਜਲਜ ਪ੍ਰੀਤ ਜਲ ਰਵ ਨਹੀਂ, ਖਿਲਾ ਨਿਵਾਰਨ ਕਾਮ, ਨਿਸ ਕੋ ਅੰਮ੍ਰਿਤ ਪੀਵਹੀ
ਇਉਂ ਜਾਣ ਮੁੰਦੇ ਅਬਿਰਾਮ। ਜਲਜ ਪ੍ਰੀਤ ਜਲ ਰਵ ਨਹੀਂ। ਕਹਿੰਦੇ ਕੌਲ ਫੁੱਲ ਦੀ ਪ੍ਰੀਤ ਪਾਣੀ ਨਾਲ ਹੈ, ਸੂਰਜ ਨਾਲ ਨਹੀਂ। ਖਿਲਾ ਨਿਵਾਰਨ ਕਾਮ। ਕਹਿੰਦੇ ਉਹ ਖਿੜਿਆ ਹੈ ਕੌਲ ਫੁੱਲ ਵੀ ਪਾਣੀ ਨੂੰ ਕਿਤੇ ਧੁੱਪ ਨਾ ਲੱਗ ਜਾਏ। ਉਹ ਜਿੰਨੀ ਸਮਰੱਥਾ ਹੁੰਦੀ ਹੈ ਪੰਖੜੀਆਂ ਉਹ ਖਿੰਡਾ ਕੇ ਤੇ ਪਾਣੀ ਦੇ ਉੱਤੇ ਛਾਂ ਕਰਨ ਦਾ ਯਤਨ ਕਰਦਾ ਹੈ। ਤੇ ਜੇ ਪੁੱਛੀਏ ਵੀ ਰਾਤ ਨੂੰ ਕਿਉਂ ਫਿਰ ਉਹ ਪੰਖੜੀਆਂ ਬੰਦ ਕਰ ਲੈਂਦਾ ਹੈ ਕੌਲ ਫੁੱਲ। ਨਿਸਕੋ ਅੰਮ੍ਰਿਤ ਪੀਵੀ ਇਉਂ ਜਾਣ ਮੁੰਦੇ ਅਬਰਾਮ। ਐ ਜੀ ਇਸਤਰੀਏ ਜਾਣ ਵੀ ਰਾਤ ਨੂੰ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਨਾ ਉਹ ਅੰਮ੍ਰਿਤ ਕਿਰਨਾਂ ਪਾਣੀ ਦੇ ਉੱਤੇ ਪੈਣ ਤੇ ਇਸ ਅੰਮ੍ਰਿਤ ਕਿਰਨਾਂ ਤੋਂ ਪਾਣੀ ਕਿਤੇ ਵਾਂਝਾ ਨਾ ਰਹਿ ਜਾਏ। ਇਉਂ ਕੌਲ ਫੁੱਲ ਸੋਚ ਕੇ ਤੇ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ। ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਨੇਹੋ ਕਵਲ ਜਲ ਜਾਣੀਏ। ਕੌਲ ਫੁੱਲ ਦਾ ਪਾਣੀ ਨਾਲ ਨੇ ਪਿਆਰ ਜਾਣਿਆ ਜਾਂਦਾ ਹੈ। ਪਾਣੀ ਵਿੱਚ ਉਹ ਖਿੜ ਮੋਹ ਵੇਖਾਲੇ, ਖਿੜ ਕੇ ਮੂੰਹ ਵਿਖਾਉਂਦਾ ਹੈ। ਮੋਰ ਬਬੀਹੇ ਬੋਲਦੇ ਦੇਖ ਬੱਦਲ ਕਾਲੇ। ਮੋਰ ਤੇ ਬਬੀਹੇ ਜਿਹੜੇ ਨੇ ਇਹਨਾਂ ਦਾ ਬੱਦਲਾਂ ਦੇ ਨਾਲ ਪ੍ਰੇਮ ਹੈ। ਜਦੋਂ ਬੱਦਲਾਂ ਦੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਨੇ, ਕਾਲੇ ਬੱਦਲ ਚੜ੍ਹ ਕੇ ਆਏ ਵੇਖਦੇ ਆ, ਇਹ ਬੋਲਦੇ ਨੇ, ਖੀਵੇ ਹੋ ਜਾਂਦੇ, ਮਸਤ ਹੋ ਕੇ ਬੋਲਦੇ ਨੇ ਮੋਰ ਤੇ ਬਬੀਹੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਨਰ ਨਾਰੀ ਦਾ, ਇਸਤਰੀ ਜਿਹੜੀ ਹੈ ਨਾ ਪਤਨੀ, ਉਹਦਾ ਪਧਾਰ ਪਤੀ ਦੇ ਨਾਲ ਪਿਆਰ ਹੈ। ਮਾਂ ਪੁੱਤ ਸੰਭਾਲੇ, ਮਾਂ ਦਾ ਪੁੱਤਰ ਨਾਲ ਪਿਆਰ ਹੈ, ਉਹ ਪੁੱਤਰ ਦੀ ਸੰਭਾਲ ਕਰਦੀ ਹੈ ਚੰਗੀ ਤਰ੍ਹਾਂ। ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਜਿਹੜੀਆਂ ਵੀ ਪ੍ਰੀਤਾਂ ਨੇ ਇਹ ਸਾਰੀਆਂ ਪ੍ਰੀਤਾਂ ਨਾਸ਼ਵੰਤ ਹੁੰਦੀਆਂ ਹਨ, ਪਰ ਗੁਰੂ ਤੇ ਸਿੱਖ ਦੀ ਜੋ ਪ੍ਰੀਤ ਹੈ ਇਹ ਸਦਾ ਹੀ ਨਾਲ ਨਿਭਦੀ ਹੈ। ਇਹ ਪ੍ਰੀਤੀ ਦੋ ਅੰਗੀ ਪ੍ਰੀਤੀ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਹ ਸਦਾ ਹੀ ਗੁਰੂ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦਾ ਹੈ। ਇਹ ਜਿਹੜੀ ਪ੍ਰੀਤ ਹੈ ਗੁਰੂ ਤੇ ਸਿੱਖ ਦੀ, ਇਹ ਤੋੜ ਤੱਕ ਹੀ ਨਾਲ ਨਿਭਦੀ ਹੈ। ਬਾਕੀ ਪ੍ਰੀਤਾਂ ਟੁੱਟ ਜਾਂਦੀਆਂ ਨੇ, ਨਹੀਂ ਤਾਂ ਸਰੀਰ ਮੁੱਕਿਆ ਉਦੋਂ ਤਾਂ ਇਹ ਖਤਮ ਹੋ ਹੀ ਜਾਣੀ। ਕਈ ਵਾਰ ਸਰੀਰ ਖਤਮ ਹੋਣ ਤੋਂ ਪਹਿਲਾਂ ਵੀ ਇਹ ਖਤਮ ਹੋ ਜਾਂਦੀਆਂ ਨੇ, ਪਰ ਗੁਰੂ ਤੇ ਸਿੱਖ ਦੀ ਪ੍ਰੀਤ ਸਰੀਰ ਖਤਮ ਹੋਣ ਤੋਂ ਬਾਅਦ ਵੀ ਅਖੀਰ ਤੱਕ ਨਿਭਦੀ ਹੈ। ਸਿੱਖ ਤੇ ਗੁਰੂ ਅਭੇਦ ਹੋ ਜਾਂਦੇ ਹੈ। ਪੰਜਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰੂ ਤੇ ਸਿੱਖ ਦੀ ਪ੍ਰੀਤੀ ਜਿਹੜੀ ਹੈ ਇਹ ਕਥਨ ਤੋਂ ਪਰੇ ਹੈ, ਇਸ ਦਾ ਜ਼ਿਕਰ ਕਰ ਰਹੇ ਹਨ। ਰੂਪੈ ਕਾਮੈ ਦੋਸਤੀ ਜਗ ਅੰਦਰ ਜਾਣੀ। ਭਾਈ ਸਾਹਿਬ ਜੀ ਕਹਿੰਦੇ ਨੇ ਇਸ ਸੰਸਾਰ ਵਿੱਚ ਇਹ ਗੱਲ ਜਾਣੀ ਗਈ ਹੈ, ਰੂਪੈ ਕਾਮੈ ਦੋਸਤੀ, ਵੀ ਕਾਮੀ ਦੀ ਰੂਪ ਦੇ ਨਾਲ, ਸੁੰਦਰਤਾ ਦੇ ਨਾਲ ਪ੍ਰੀਤੀ ਹੈ। ਉਹ ਸਿਰਫ ਚਮੜੀ ਦੇ ਨਾਲ, ਤਨ ਦੇ ਨਾਲ ਪ੍ਰੀਤ ਕਰਦਾ, ਸਿਰਫ ਵਿਸ਼ੇ ਅਧੀਨ ਹੋ ਕਰਕੇ। ਭੁੱਖੈ ਸਾਧੈ ਗੰਢ ਹੈ ਉਹ ਵਿਰਤੀ ਹਾਣੀ। ਭੁੱਖਾ ਬੰਦਾ ਜਿਹੜਾ ਸਾਧੈ, ਸਾਧੇ ਤੋਂ ਭਾਵ ਰੋਟੀ, ਉਹਦੀ ਰੋਟੀ ਖਾਣ ਦੇ ਨਾਲ ਪ੍ਰੀਤ ਹੈ, ਉਹਨੂੰ ਰੋਟੀ ਚਾਹੀਦੀ ਹੈ। ਉਹ ਵਿਰਤੀ ਹਾਣੀ, ਇਹ ਗੱਲ ਜਗਤ ਵਿੱਚ ਜਿਹੜੀ ਹੈ ਨਾ ਮਿਥੀ ਹੋਈ ਹੈ, ਪ੍ਰਸਿੱਧ ਹੈ, ਇਹ ਗੱਲ ਜਾਣੀ ਜਾਂਦੀ ਹੈ ਕਿ ਭੁੱਖੇ ਦੀ ਪ੍ਰੀਤ ਭੋਜਨ ਦੇ ਨਾਲ ਹੈ। ਘੁਲ ਮਿਲ ਮਿਚਲ ਲੱਭ ਮਾਲ ਇਤ ਭਰਮ ਭੁਲਾਣੀ। ਤੇ ਜਿਹੜਾ ਲੋਭੀ ਪੁਰਸ਼ ਹੈ ਉਹ ਧਨ ਦੌਲਤ ਜਿਹੜੀ ਹੈ, ਧਨ ਦੌਲਤ ਦੇ ਵਿੱਚ ਹੀ ਘੁਲ ਮਿਲ ਕੇ ਤੇ ਭਰਮ ਵਿੱਚ ਭੁੱਲਿਆ ਰਹਿੰਦਾ ਹੈ। ਲੋਭੀ ਦੀ ਪ੍ਰੀਤੀ ਜਿਹੜੀ ਹੈ ਨਾ ਧਨ ਮਾਲ ਦੇ ਨਾਲ ਹੀ ਹੈ। ਉਹਨੇ ਆਪਣਾ ਬੇਗਾਨਾ ਨਹੀਂ ਵੇਖਣਾ, ਉਹਨੂੰ ਧਨ ਚਾਹੀਦਾ, ਪੈਸਾ ਚਾਹੀਦਾ, ਤੇ ਉਸੇ ਵਿੱਚ ਹੀ ਉਹ ਭਰਮ ਵਿੱਚ ਭੁੱਲਿਆ ਰਹਿੰਦਾ ਹੈ।
ਊਂਗੈ ਸੌੜ ਪਲੰਗ ਜਿਉ ਸਭ ਰਹਿਣ ਵਿਹਾਣੀ। ਤੇ ਊਂਗੈ ਜਿਹੜਾ ਉਨੀਂਦਰੇ ਵਾਲਾ ਬੰਦਾ ਹੈ, ਊਂਘਦਾ ਹੈ, ਜਿਹਨੂੰ ਨੀਂਦ ਆਉਂਦੀ ਹੈ। ਸੌੜ ਕਹਿੰਦੇ ਤੁਲਾਈ ਨੂੰ। ਊਂਘੈ ਸੌੜ ਪਲੰਗ ਜਿਉ, ਨੀਂਦ ਵਾਲੇ ਨੂੰ ਪਲੰਗ ਤੁਲਾਈ ਭਾਵ ਬਿਸਤਰੇ ਆਦਿ ਦੇ ਨਾਲ ਉਹਦੀ ਖਿੱਚ ਬਣੀ ਰਹਿੰਦੀ ਹੈ। ਵੀ ਨੀਂਦ ਆਉਂਦੀ ਹੋਵੇ, ਕਿਤੇ ਮੰਜਾ ਮਿਲੇ, ਬਿਸਤਰਾ ਮਿਲੇ, ਤੁਲਾਈ ਗਦੈਲਾ ਮਿਲ ਜਾਏ ਤੇ ਡਿੱਗ ਪਈਏ, ਸੌਂ ਜਾਈਏ, ਉਹਦੇ ਨਾਲ ਗੰਢ ਹੈ, ਪ੍ਰੀਤ ਹੈ ਵੀ ਸੌਣ ਨੂੰ ਥਾਂ ਮਿਲ ਜਾਏ। ਸਭ ਰਹਿਣ ਵਿਹਾਣੀ। ਅਤੇ ਜਦੋਂ ਕਿਤੇ ਥਾਂ ਮਿਲਦਾ ਉਹ ਲੰਮੇ ਪੈ ਜਾਂਦਾ, ਸੌਂ ਜਾਂਦਾ, ਸਾਰੀ ਰਾਤ ਉਹਦੀ ਸੁੱਤਿਆਂ ਲੰਘ ਜਾਂਦੀ ਹੈ। ਸੋਹਣੇ ਸਭ ਰੰਗ ਮਾਣੀਅਨ ਕਰ ਚੋਜ ਵਿਡਾਣੀ। ਅਤੇ ਮਨੁੱਖ ਜਿਹਦੇ ਨਾਲ ਉਹ ਪ੍ਰੀਤ ਕਰਦਾ ਹੁੰਦਾ, ਸੁਪਨੇ ਵਿੱਚ ਫਿਰ ਉਹ ਸਾਰੇ ਰੰਗ ਆਨੰਦ ਮਾਣਦਾ ਹੈ। ਉਹੋ ਜਿਹੇ ਚੋਜ ਕੌਤਕ ਜਿਹੜੇ ਆ ਨਾ, ਉਹ ਸੁਪਨੇ ਦੇ ਵਿੱਚ ਵੇਖਦਾ ਹੈ। ਜਿਹੜੇ ਪਾਸੇ ਬੰਦੇ ਦੀ ਲਗਨ ਲੱਗੀ ਹੋਵੇ, ਚਿੱਤ ਦੀ ਬਿਰਤ ਜੁੜੀ ਰਹੇ, ਤਾਂ ਸੁਪਨੇ ਵਿੱਚ ਵੀ ਫਿਰ ਉਹ ਜਿਹਦੇ ਨਾਲ ਪ੍ਰੀਤ ਕਰਦਾ ਨਾ, ਉਹੀ ਚੀਜ਼ਾਂ ਉਹਦੇ ਸਾਹਮਣੇ ਆਉਂਦੀਆਂ ਨੇ। ਸੋ ਇਸ ਤਰ੍ਹਾਂ ਸੁਪਨੇ ਵਿੱਚ ਕਈ ਅਸਚਰਜ ਜਿਹੜੇ ਕੌਤਕ ਨੇ ਉਹ ਰੰਗ ਮਾਣਦਾ ਹੈ। ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੋ ਮੁਰੀਦਾਂ ਦੀ, ਗੁਰਸਿੱਖਾਂ ਦੀ ਆਪਣੇ ਪੀਰ ਗੁਰੂ ਦੇ ਨਾਲ ਪ੍ਰੀਤੀ ਹੈ, ਉਹ ਅਕਥ ਕਹਾਣੀ, ਉਹ ਕਥਨ ਤੋਂ ਰਹਿਤ ਹੈ। ਇਹ ਜਿਹੜੀ ਕਹਾਣੀ ਹੈ ਨਾ ਪ੍ਰੀਤ ਦੀ, ਇਹ ਕਥਨ ਨਹੀਂ ਕੀਤੀ ਜਾ ਸਕਦੀ। ਦੁਨੀਆ ਦੀਆਂ ਜਿਹੜੀਆਂ ਪ੍ਰੀਤਾਂ ਨੇ ਉਹ ਤਾਂ ਬਿਆਨ ਕੀਤੀਆਂ ਜਾ ਸਕਦੀਆਂ ਨੇ, ਪਰ ਸਿੱਖ ਦੀ ਅਤੇ ਗੁਰੂ ਦੀ ਜਿਹੜੀ ਪ੍ਰੀਤ ਹੈ ਨਾ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੱਚੀ ਪ੍ਰੀਤ ਹੈ, ਉਹਦੇ ਵਾਸਤੇ ਕੋਈ ਸ਼ਬਦ ਨਹੀਂ ਬਿਆਨ ਕਰਨ ਦੇ ਵਾਸਤੇ। ਸੋ ਸਿੱਖ ਜਿਹੜਾ ਹੈ ਨਾ, ਗੁਰੂ ਦੇ ਨਾਲ ਸੱਚਾ ਪ੍ਰੇਮ ਕਰਦਾ ਹੈ। ਸਿੱਖ ਦੀ ਜਿਹੜੀ ਪ੍ਰੀਤ ਹੈ ਉਹ ਨਿਸ਼ਕਾਮ ਹੈ, ਪੁੰਨ ਰੂਪ ਹੈ। ਇਹ ਸਦਾ ਰਹਿਣ ਵਾਲੀ ਹੈ, ਸਦਾ ਵੱਧਦੀ ਹੈ, ਹੋਰ ਵਧੇਰੇ ਇਹ ਪ੍ਰਫੁੱਲਤ ਹੁੰਦੀ ਹੈ ਅਤੇ ਸਾਈਂ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ। ਇਹਦੀ ਕਥਾ ਨਹੀਂ ਕੀਤੀ ਜਾ ਸਕਦੀ ਹੈ। ਸੋ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਨੇ ਵੀ ਗੁਰੂ ਕੇ ਸਿੱਖ ਜਿਹੜੇ ਨੇ ਨਾ, ਉਹ ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦੇ ਹੋਏ ਨਾਮ ਦਾ ਵਪਾਰ ਕਰਦੇ ਹੈ। ਨਾਮ ਦਾ ਸੌਦਾ ਖਰੀਦ ਕੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਸੱਚਾ ਲਾਹਾ ਪ੍ਰਾਪਤ ਕਰਦੇ ਹੈ। ਸੋ ਇਹ ਅਗਲੀ ਪੌੜੀ ਦੀ ਵਿਚਾਰ ਕੱਲ੍ਹ ਸਰਵਣ ਕਰਾਂਗੇ। ਸੋ ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸੋਹਣੇ ਸਭ ਰੰਗ ਮਾਣੀਅਨ ਕਰ ਚੋਜ ਵਿਡਾਣੀ। ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।